ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 701 ਅੰਗ ਤੇ ਆਪ ਜੀ ਸਰਵਣ ਕਰ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦੋ ਪਦਿਆਂ ਵਾਲੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਸਰਵਣ ਕਰੀਏ, ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਜੈਤ ਸਰੇ ਮਹੱਲਾ ਪੰਜਵਾ। ਜਾ ਕਉ ਭੈ ਗੋਵਿੰਦ ਸਹਾਈ। ਜੈਤ ਸਰੀ ਰਾਗ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਅੰਮ੍ਰਿਤ ਬਚਨ ਹਨ। ਸਾਹਿਬ ਕਹਿੰਦੇ ਜਿਨ੍ਹਾਂ ਦੇ ਗੋਵਿੰਦ ਸਹਾਈ ਹੁੰਦੇ ਆ, ਗੋਵਿੰਦ ਰੱਬ ਜੀ ਜਿਨ੍ਹਾਂ ਦੀ ਸਹਾਇਤਾ ਕਰਦੇ ਨੇ, ਪਰਮੇਸ਼ਰ ਜੀ ਜਿਨ੍ਹਾਂ ਦੀ ਸਹਾਇਤਾ ਕਰਦੇ ਨੇ। ਰੱਬ ਜੀ ਕਿਹਦੀ ਸਹਾਇਤਾ ਕਰਦੇ ਨੇ? ਜਿਹੜੇ ਰੱਬ ਜੀ ਦੀ ਪਨਾਹ 'ਚ ਪੈ ਜਾਂਦੇ ਤੇ ਪਨਾਹ 'ਚ ਪੈ ਕੇ ਕਹਿੰਦੇ ਹੇ ਆਲਮ ਪਨਾਹ ਸਾਡਾ ਤੁਹਾਡੇ ਬਿਨਾਂ ਕੋਈ ਨਹੀਂ। ਉਸੇ ਦੀ ਸਹਾਇਤਾ ਕਰਦੇ ਆ ਰੱਬ ਜੀ। ਜਿਹੜਾ ਰੱਬ ਤੇ ਪੂਰਾ ਯਕੀਨ ਤੇ ਭਰੋਸਾ ਰੱਖੇ। ਤੋ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਤੇ ਗੋਬਿੰਦ ਜੀ ਕਿਰਪਾ ਕਰਕੇ ਜਿਨ੍ਹਾਂ ਜੀਵਾਂ ਦੀ ਸਹਾਇਤਾ ਕਰਦੇ ਹਨ, ਸੁਖ ਸਹਿਜ ਆਨੰਦ ਸਗਲ ਸਿਉ ਵਾਕਉ ਬਿਆਦ ਨ ਕਾਏ। ਕਹਿੰਦੇ ਜਿਨ੍ਹਾਂ ਦੀ ਸਹਾਇਤਾ ਖੁਦ ਗੋਬਿੰਦ ਜੀ ਕਰਦੇ ਨੇ, ਉਹਨਾਂ ਨੂੰ ਸਾਰੇ ਸੁਖ ਸਹਿਜ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਨੇ। ਸਾਰੇ ਸੁੱਖ, ਫਿਰ ਸਹਿਜ ਦਾ ਸੁੱਖ ਤਾਂ ਸਭ ਤੋਂ ਵੱਡਾ ਸੁੱਖ ਹੈ, ਉਹ ਵੀ ਮਿਲ ਜਾਂਦਾ ਹੈ। ਤੇ ਫਿਰ ਸਾਰੇ ਹੀ ਆਨੰਦ, ਆਨੰਦ ਸਗਲ ਸਿਉ, ਸਾਰੇ ਹੀ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਵਾਕੋ ਵਿਆਦ ਨਾ ਕਾਈ। ਆਹ ਉਹਨੂੰ ਫਿਰ ਕੋਈ ਵਿਆਧੀ ਨਹੀਂ ਵਿਆਪਦੀ। ਜਿਹਦੀ ਸਹਾਇਤਾ ਰੱਬ ਜੀ ਕਰਦੇ ਨੇ ਉਹਨਾਂ ਨੂੰ ਫਿਰ ਕੋਈ ਵਿਆਧੀ ਨਹੀਂ ਵਿਆਪਦੀ। ਉਹ ਸਾਰੀਆਂ ਵਿਆਧੀਆਂ ਤੋਂ ਮੁਕਤ ਹੋ ਜਾਂਦੇ। ਤਿੰਨ ਤਰ੍ਹਾਂ ਦੀਆਂ ਹੁੰਦੀਆਂ, ਤਿੰਨ ਤਰ੍ਹਾਂ ਦੇ ਤਾਪ ਹੁੰਦੇ। ਇੱਕ ਆਦੀ ਹੈ, ਵਿਆਧੀ ਹੈ, ਉਪਾਧੀ ਹੈ। ਇੱਕ ਮਨ ਦਾ ਹੁੰਦਾ ਰੋਗ, ਇੱਕ ਤਨ ਦਾ ਸਰੀਰਕ ਰੋਗ, ਤੇ ਇੱਕ ਬਾਹਰ ਦਾ ਝਗੜਾ ਵਗੈਰਾ ਉਪਾਧੀ ਉਹਨੂੰ ਕਹਿ ਦਿੰਦੇ। ਤੋ ਇਸ ਪ੍ਰਕਾਰ ਨਾਲ ਤਿੰਨੇ ਹੀ ਨਹੀਂ ਵਿਆਪਦੇ ਉਹਨਾਂ ਨੂੰ। ਉਹ ਆਦੀਆਂ ਵਿਆਧੀਆਂ ਉਪਾਧੀਆਂ ਤੋਂ ਰਹਿਤ ਹੋ ਜਾਂਦੇ ਹਨ। ਰਹਾਉ ਦਿਸ ਹੈ ਸਭ ਸੰਗ ਰਹਿ ਅਲੇਪਾ। ਕਹਿੰਦੇ ਵਿਖਦੇ ਤਾਂ ਉਹ ਰਹਿੰਦੇ ਤਾਂ ਸਾਰਿਆਂ ਦੇ ਨਾਲ ਹੀ ਨੇ ਜਿਹੜੇ ਰੱਬ ਦੇ ਪਿਆਰੇ ਨੇ। ਇਹ ਤਾਂ ਨਹੀਂ ਹੁੰਦਾ ਵੀ ਜਿਹੜੇ ਹੁਣ ਆਪਣੇ ਸਾਰੇ ਗੁਰਸਿੱਖ ਇੱਕੋ ਹੀ ਬੈਠੇ ਆ ਨਾ, ਸਾਰੇ ਵਿੱਚ ਆਤਮ ਰਸੀਏ ਵੀ ਨੇ। ਗੁਰਮੁਖ ਅਵਸਥਾ ਨੂੰ ਪਹੁੰਚੇ ਹੋਏ ਵੀ ਬਹੁਤ ਹੁੰਦੇ ਆ, ਪ੍ਰਗਟ ਨਹੀਂ ਕਰਦੇ ਆਪਣਾ ਆਪ। ਉਹ ਰਹਿੰਦੇ ਤਾਂ ਨਾਲ ਹੀ ਨੇ। ਸਾਡੇ ਸਾਰੇ ਮਹਾਂਪੁਰਸ਼ ਮਹਾਤਮਾ ਜਿੰਨੇ ਵੀ ਨੇ ਸੰਗਤ ਵਿੱਚ ਹੀ ਰਹਿੰਦੇ ਆ, ਸੰਸਾਰ 'ਚ ਹੀ ਰਹਿੰਦੇ ਆ, ਰਹਿੰਦੇ ਸਾਰਿਆਂ ਨਾਲ ਨੇ। ਦੁਬਾਰਾ ਪੜੋ ਜੀ। ਦਿਸ ਹੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਏ। ਕਹਿੰਦੇ ਦਿਸਦੇ ਸਾਰਿਆਂ ਨਾਲ ਹੀ ਨੇ, ਰਹਿੰਦੇ ਸਾਰਿਆਂ ਨਾਲ ਹੀ ਨੇ, ਪਰ ਰਹਿ ਕੇ ਸਾਰਿਆਂ ਵਿੱਚ ਫਿਰ ਵੀ ਸਾਰਿਆਂ ਤੋਂ ਨਿਰਲੇਪ ਰਹਿੰਦੇ ਆ, ਅਲੇਪ। ਕਮਲ ਦਾ ਫੁੱਲ ਰਹਿੰਦਾ ਪਾਣੀ 'ਚ ਹੀ ਆ, ਪਰ ਪਾਣੀ 'ਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਹੁੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਉਹ ਰਹਿੰਦੇ ਸੰਸਾਰ ਵਿੱਚ ਹੀ ਨੇ, ਗ੍ਰਸਤੀਆਂ ਵਿੱਚ ਵੀ ਰਹਿੰਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਉਹ ਕਹਿੰਦੇ ਮਣੀ ਜਿਹਨਾਂ ਸੱਪਾਂ ਸਿਰਾਂ ਓਏ ਵੀ ਸੱਪਾਂ ਵਿੱਚ ਫਿਰਨਦੇ। ਇੱਕ ਮਣੀ ਵਾਲੇ ਸੱਪ ਹੁੰਦੇ ਆ, ਇੱਕ ਸਧਾਰਨ ਸੱਪ ਹੁੰਦੇ, ਤੇ ਜਿਨ੍ਹਾਂ ਸਿਰਾਂ ਦੇ ਵਿੱਚ ਮਣੀ ਹੁੰਦੀ ਉਹ ਵੀ ਸੱਪਾਂ ਵਿੱਚ ਹੀ ਰਹਿੰਦੇ ਆ। ਇਹ ਨਹੀਂ ਵੀ ਸੱਪਾਂ ਤੋਂ ਵੱਖਰੇ ਹੋ ਗਏ। ਏਦਾਂ ਜਿਹੜੇ ਨਾਮ ਜਪਣ ਵਾਲੇ ਸਾਧੂ ਨੇ, ਭਜਨੀਕ ਨੇ, ਉਹ ਰਹਿੰਦੇ ਸੰਗਤ ਵਿੱਚ ਹੀ ਨੇ, ਲੋਕਾਂ ਵਿੱਚ ਸੰਸਾਰ 'ਚ ਹੀ ਰਹਿੰਦੇ ਆ, ਪਰ ਉਹ ਸੰਸਾਰ 'ਚ ਰਹਿ ਕੇ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ। ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।
ਮਾਇਆ ਜਿਹੜੀ ਹੈ ਇਹ ਉਹਨਾਂ ਤੇ ਹਾਵੀ ਨਹੀਂ ਹੁੰਦੀ। ਮਾਇਆ ਉਹਨਾਂ ਤੇ ਪ੍ਰਭਾਵਸ਼ਾਲੀ ਹੋ ਕੇ ਨਹਿ ਵਿਆਪੈ ਉਨ ਮਾਈ। ਆ ਜਿਹੜੀ ਮਾਈ ਹੈ ਨਾ, ਮਾਇਆ ਸਾਰੇ ਸੰਸਾਰ ਨੂੰ ਵਿਆਪਣ ਵਾਲੀ, ਇਹ ਨਾਮ ਜਪਣ ਵਾਲਿਆਂ ਨੂੰ ਨਹੀਂ ਵਿਆਪਦੀ, ਉਹਨਾਂ ਉੱਤੇ ਹਾਵੀ ਨਹੀਂ ਹੁੰਦੀ। ਏਕੈ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਏ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਇੱਕੋ ਰੰਗ ਦੇ ਵਿੱਚ ਰੰਗੇ ਹੋਏ ਨੇ, ਤਤਵ ਬੇਤੇ ਨੇ। ਤਤ ਕੇ ਬੇਤੇ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਨੇ ਤਤ ਦਾ ਵਿਵੇਚਨ ਕਰ ਲਿਆ, ਮਿਥਿਆ ਦਾ ਸਤ ਦਾ ਵਿਵੇਚਨ ਕਰਕੇ, ਮਿਥਿਆ ਪ੍ਰਤਿਆਗ ਕੇ ਤਤਵ ਨੂੰ ਗ੍ਰਹਿਣ ਕਰ ਲਿਆ। ਤਤ ਮਿਥਿਆ ਦਾ ਵਿਵੇਚਨ ਕਰਕੇ, ਤਤ ਨੂੰ ਗ੍ਰਹਿਣ ਕਰਕੇ ਮਿਥਿਆ ਦਾ ਤਿਆਗ ਕਰ ਦਿੱਤਾ। ਇਹੋ ਜਿਹੇ ਜਿਹੜੇ ਤਤ ਕੇ ਬੇਤੇ ਹਨ, ਉਹਨਾਂ ਨੇ ਇਹ ਬੁੱਧੀ ਜਿਹੜੀ ਹੈ ਇਹ ਸਤਿਗੁਰਾਂ ਤੋਂ ਪ੍ਰਾਪਤ ਕੀਤੀ ਹੈ। ਸਤਿਗੁਰ ਤੇ ਬੁੱਧ ਪਾਈ। ਜਿਹੜੀ ਤਤਵ ਵੇਚਣ ਵਾਲੀ ਬੁੱਧੀ ਹੈ ਨਾ, ਇਹ ਸਤਿਗੁਰਾਂ ਕੋਲੋਂ ਪ੍ਰਾਪਤ ਹੁੰਦੀ, ਜਿਹਨੂੰ ਵਿਵੇਕ ਬੁੱਧੀ ਕਹਿੰਦੇ ਆਪਾਂ। ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਉਹ ਵਿਵੇਕ ਬੁੱਧੀ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਵਿਵੇਕ ਬੁੱਧ ਸਤਿਗੁਰ ਤੇ ਉਪਜੈ, ਇਹ ਗੁਰੂ ਤੋਂ ਉਪਜਦੀ ਹੈ। ਬਿਨਾਂ ਗੁਰੂ ਤੋਂ ਵਿਵੇਕ ਬੁੱਧੀ ਦਾ ਗਿਆਨ ਨਹੀਂ ਹੁੰਦਾ। ਤੋ ਜਿਨ੍ਹਾਂ ਨੇ ਸਤਿਗੁਰਾਂ ਕੋਲੋਂ ਇਹੋ ਜਿਹੀ ਵਿਵੇਕ ਬੁੱਧੀ ਪ੍ਰਾਪਤ ਕਰ ਲਈ ਹੈ, ਉਹੀ ਤਤ ਦਾ ਵਿਵੇਚਨ ਕਰਕੇ ਪਰਮੇਸ਼ਰ ਦੇ ਇੱਕ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਹਨ। ਦਇਆ ਮਇਆ ਕਿਰਪਾ ਠਾਕੁਰ ਕੇ ਸੇ ਸੰਤ ਸੁਭਾਏ। ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਦਇਆ ਹੈ, ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਕਿਰਪਾ ਹੈ, ਪਾਤਸ਼ਾਹ ਕਹਿਣ ਲੱਗੇ ਉਹੀ ਸੰਤ ਜਨਾਂ ਦੀ ਸੰਗਤ ਵਿੱਚ ਸ਼ੋਭਨੀਕ ਹੁੰਦੇ। ਜਾਂ ਇਸ ਤਰ੍ਹਾਂ ਕਹਿ ਲਈਏ, ਸੰਤ ਜਨਾਂ ਦੀ ਸੰਗਤ ਉਹਨਾਂ ਨੂੰ ਹੀ ਭਾਉਂਦੀ ਹੈ ਜਿਨ੍ਹਾਂ ਤੇ ਪਰਮੇਸ਼ਰ ਦੀ ਦਇਆ ਹੋਵੇ। ਨਹੀਂ ਤਾਂ ਬਹੁਤਿਆਂ ਨੂੰ ਸੰਤਾਂ ਦਾ ਸੰਗ ਨਹੀਂ ਭਾਉਂਦਾ, ਬਹੁਤਿਆਂ ਨੂੰ ਤਾਂ ਸਤ ਸੰਗਤ ਵੀ ਚੰਗੀ ਨਹੀਂ ਲੱਗਦੀ। ਇਹ ਸਤ ਸੰਗਤ ਵੀ ਉਹਨਾਂ ਨੂੰ ਭਾਉਂਦੀ ਹੈ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਦਇਆ ਮਇਆ ਹੋਵੇ, ਅਕਾਲ ਪੁਰਖ ਦੀ ਕਿਰਪਾ ਹੋਵੇ। ਤਿਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਏ। ਕਹਿੰਦੇ ਉਹਨਾਂ ਦਾ ਸੰਗ ਕਰਕੇ ਸੰਸਾਰ ਤੋਂ ਤਰ ਜਾਈਦਾ ਹੈ। ਉਹਨਾਂ ਦਾ ਸੰਗ ਕਰਕੇ ਇਹ ਸੰਸਾਰ ਤੋਂ ਤਰੀਦਾ ਹੈ। ਕਿਹਨਾਂ ਦਾ? ਜਿਨ ਰਸ ਰਸ ਹਰ ਗੁਣ ਗਾਈ। ਜਿਹੜੇ ਰਸ ਲੈ ਲੈ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਆ, ਉਹਨਾਂ ਦੀ ਸੰਗਤ ਕਰਕੇ ਤਰੀਦਾ। ਉਹਨਾਂ ਦੇ ਸੰਗ ਕਰਕੇ ਜੀਵ ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਕਿਹਨਾਂ ਦਾ? ਜਿਹੜੇ ਰਸ ਲੈ ਲੈ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਉਹ ਜਦੋਂ ਗੁਣ ਗਾਉਂਦੇ ਆ, ਉਹਨਾਂ ਦੇ ਸੰਗ 'ਚ ਬਹਿ ਕੇ ਸੁਣਨ ਵਾਲੇ ਸੁਣਦੇ ਨੇ, ਫਿਰ ਉਹ ਵੀ ਤਰ ਜਾਂਦੇ ਨੇ। ਹਾਂਜੀ। ਜੈ ਤਸਰੇ ਮਹੱਲਾ ਪੰਜਵਾ। ਗੋਬਿੰਦ ਜੀਵਨ ਪ੍ਰਾਨ ਧਨ ਰੂਪ। ਏ ਗੋਬਿੰਦ ਜੀ, ਤੁਸੀਂ ਸੰਸਾਰ ਦੇ ਸਮਸਤ ਜੀਵਾਂ ਦਾ ਜੀਵਨ ਹੋ, ਸਭ ਦਾ ਜੀਵਨ ਹੋ ਮਹਾਰਾਜ। ਗੋਬਿੰਦ ਜੀਵਨ ਪ੍ਰਾਨ ਧਨ ਰੂਪ। ਸੰਸਾਰ ਦੇ ਸਮਸਤ ਜੀਵਾਂ ਦਾ ਜੀਵਨ ਹੋ, ਪ੍ਰਾਣ ਰੂਪ ਹੋ। ਤੇ ਮਹਾਰਾਜ ਤੁਸੀਂ ਹੀ ਆਪਣੇ ਪਿਆਰਿਆਂ ਦਾ ਧਨ ਹੋ। ਗੋਬਿੰਦ ਜੀਵਨ, ਗੋਬਿੰਦ ਜੀਵਨ ਵੀ ਹੈ, ਗੋਬਿੰਦ ਸਾਡੇ ਪ੍ਰਾਣ ਵੀ ਹੈ। ਤੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਸਾਡਾ ਧਨ ਵੀ ਹੈ, ਤੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਸਾਡਾ ਰੂਪ ਵੀ ਹੈ। ਸਾਡਾ ਰੂਪ ਵੀ ਉਹੀ ਹੈ। ਆ ਜਿਹੜਾ ਬਾਹਰੀ ਰੂਪ ਹੈ, ਇਹ ਤਾਂ ਨਹੀਂ ਸਾਡਾ ਰੂਪ, ਇਹ ਤਾਂ ਰੋਜ਼ ਬਦਲਦਾ। ਬਚਪਨ ਤੋਂ ਲੈ ਕੇ ਹੁਣ ਤੱਕ ਕਿੰਨਾ ਬਦਲਿਆ, ਆਪ ਨਹੀਂ ਪਛਾਣ ਹੁੰਦੀ। ਕਈ ਵਾਰੀ ਛੋਟੇ ਹੁੰਦਿਆਂ ਦੀ ਬਚਪਨ ਦੀ ਫੋਟੋ ਵੇਖ ਕੇ ਵੀ ਇਹ ਮੇਰੀ ਹੈ।
ਤੇ ਜਿਹੜਾ ਰੋਜ਼ ਹੀ ਬਦਲਦਾ ਰਹੇ, ਸਾਡਾ ਰੂਪ ਕਿਵੇਂ ਹੋਇਆ? ਸਾਡਾ ਰੂਪ ਤਾਂ ਜੁਗਾਂ ਜੁਗਾਂ ਤੋਂ ਇੱਕੋ ਜਿਹਾ ਹੀ ਹੈ, ਉਹ ਬਦਲਦਾ ਹੀ ਨਹੀਂ ਹੈ। ਉਹ ਕਿਹੜਾ? ਉਹ ਗੋਬਿੰਦ ਦਾ ਰੂਪ ਹੈ, ਇਹੀ ਸਾਡਾ ਰੂਪ ਹੈ। ਉਹ ਤਬਦੀਲ ਨਹੀਂ ਹੁੰਦਾ, ਉਹ ਬਦਲਦਾ ਵੀ ਨਹੀਂ ਹੈ। ਅਗਿਆਨ ਮੋਹ ਮਗਨ ਮਹਾ ਪ੍ਰਾਨੇ, ਅੰਧਿਆਰੇ ਮਹਿ ਦੀਪ। ਅਗਿਆਨਤਾ ਦੇ ਹਨੇਰੇ ਵਿੱਚ, ਮੋਹ ਵਿੱਚ ਮਗਨ ਹੋਏ ਜਿਹੜੇ ਪ੍ਰਾਣੀ ਹਨ, ਜਿਨ੍ਹਾਂ ਅੰਦਰ ਅਵਿਦਿਆ ਅਗਿਆਨਤਾ ਦਾ ਹਨੇਰਾ, ਮੋਹ ਵਿੱਚ ਮਗਨ ਨੇ, ਅੰਧਿਆਰੇ ਮਹਿਦੀਪ, ਅੰਧਕਾਰ ਦੇ ਵਿੱਚ ਕਹਿੰਦੇ ਭਾਈ ਫਿਰ ਦੀਵਾ ਜਗਦਾ ਗਿਆਨ ਦਾ। ਅੰਧਿਆਰੇ ਮਹਿਦੀਪ, ਅੰਧਕਾਰ ਹਨੇਰੇ ਵਿੱਚ। ਮਹਾਰਾਜ ਤੁਹਾਡਾ ਜਿਹੜਾ ਸਵਰੂਪ ਹੈ, ਨਾਮ ਹੈ, ਇਹ ਦੀਵੇ ਦਾ ਕੰਮ ਕਰਦਾ। ਜਿਵੇਂ ਦੀਵਾ ਬਲਦਾ ਤੇ ਅੰਧੇਰਾ ਚਲਿਆ ਜਾਂਦਾ, ਜਦੋਂ ਨਾਮ ਜਪੀਏ ਤੇ ਅਗਿਆਨਤਾ ਦਾ ਅੰਧਕਾਰ ਬਿਨਸ ਜਾਂਦਾ। ਨਾਮ ਦੇ ਜਪਦਿਆਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੁੰਦਾ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਨਾਮ ਦਾ ਜਿਹੜਾ ਜਾਪ ਹੈ ਉਹ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਕਰਦਾ, ਤੇ ਜਿੰਨਾ ਅੰਧਕਾਰ ਹੈ ਅਗਿਆਨਤਾ ਦਾ, ਉਹ ਮਿਟ ਜਾਂਦਾ ਹੈ, ਬਿਨਸ ਜਾਂਦਾ ਹੈ। ਰਹਾਉ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ, ਚਰਨ ਕਮਲ ਆਨੂਪ। ਇਹ ਮੇਰੇ ਪਿਆਰੇ ਪ੍ਰੀਤਮ ਜੀ, ਤੁਹਾਡੇ ਦਰਸ਼ਨ ਸਫਲ ਹਨ, ਸਫਲ ਫਲ ਸਹਿਤ ਨੇ। ਐਸਾ ਥੋੜੀ ਹੈ ਵੀ ਦਰਸ਼ਨ ਕਰੋ ਤੇ ਮਿਲੇ ਨਾ ਕੁਝ। ਕਹਿ ਨਹੀਂ ਦਿੰਦੇ ਕਦੇ ਜੇ ਇਕੱਲੇ ਦਰਸ਼ਨਾਂ ਨਾਲ ਨਹੀਂ ਕੁਝ ਬਣਨਾ। ਮਹਾਰਾਜ ਜੀ ਕਹਿੰਦੇ ਦਰਸ਼ਨਾਂ ਨਾਲ ਕਿਉਂ ਨਹੀਂ ਬਣਨਾ ਬਈ? ਦਰਸ਼ਨਾਂ ਨਾਲ ਵੀ ਬੜਾ ਕੁਝ ਬਣ ਸਕਦਾ। ਮਹਾਰਾਜ ਤੁਹਾਡੇ ਦਰਸ਼ਨ ਸਫਲ ਹਨ। ਹੇ ਪ੍ਰਭੂ ਪ੍ਰੀਤਮ ਜੀ, ਤੁਹਾਡੇ ਚਰਨ ਕਮਲ ਅਨੂਪ ਨੇ। ਅਨੂਪ ਦਾ ਮਤਲਬ ਜਿਨ੍ਹਾਂ ਦੀ ਕੋਈ ਉਪਮਾ ਨਹੀਂ ਹੈ। ਉਪਮਾ ਦੇ ਲੈਨੇ ਨਾ ਆਪਾਂ ਵੀ, ਫਲਾਣਾ ਕਿਹਦੇ ਵਰਗਾ? ਕਹਿੰਦੇ ਅਮਕੇ ਵਰਗਾ। ਫਲਾਣੇ ਦੀਆਂ ਅੱਖਾਂ ਕਿਹੋ ਜੀਆਂ? ਕਹਿੰਦੇ ਹਿਰਨ ਦੇ ਬੱਚੇ ਵਰਗੀਆਂ। ਉਪਮਾ ਦੇ ਦਿੱਤੀ। ਪਰ ਮਹਾਰਾਜ ਤੁਹਾਡੇ ਚਰਨ ਕਮਲ ਵੇਖ ਕੇ ਮੈਨੂੰ ਕੋਈ ਉਪਮਾ ਹੀ ਨਹੀਂ ਸੁਝਦੀ ਵੀ ਕੀ ਉਪਮਾ ਦਿਆਂ ਵੀ ਕਿਹੋ ਜਿਹੇ ਨੇ। ਹੈ ਹੀ ਨਹੀਂ ਕੋਈ ਹੋਰ। ਤੁਹਾਡੇ ਚਰਨ ਕਮਲ ਅਨੂਪ ਹਨ। ਅਨਕ ਬਾਰ ਕਰੋ ਤੇ ਬੰਦਨ। ਕਹਿੰਦੇ ਮੈਂ ਅਨੇਕਾਂ ਵੇਰੀ ਬੰਦਨਾ ਕਰਦਾ ਮਹਾਰਾਜ ਤੁਹਾਡਿਆਂ ਚਰਨਾਂ ਤੇ। ਇੱਕ ਵਾਰ ਨਹੀਂ, ਅਨੇਕਾਂ ਵਾਰ, ਬਾਰ-ਬਾਰ ਆਪ ਜੀ ਦੇ ਪਵਿੱਤਰ ਚਰਨਾਂ ਤੇ ਮੈਂ ਮੱਥਾ ਟੇਕਦਾ, ਨਮਸਕਾਰ ਕਰਦਾ ਹਾਂ। ਮਨ ਹੈ ਚਰਾਵੋ ਧੂਪ। ਮੇਰਾ ਮਨ ਕਰਦਾ ਵੀ ਤੁਹਾਡੇ ਚਰਨਾਂ ਦੀ ਧੂਪ ਤੁਖਾਵਾਂ। ਕਿਹੜੀ ਧੂਪ ਤੁਖਾਵਾਂ? ਮਨ ਹੈ ਚੜਾਵੋ। ਮੈਂ ਆਪਣਾ ਇਹ ਮਨ ਤੁਹਾਡੇ ਚਰਨਾਂ 'ਚ ਚੜਾਵੇ ਵਜੋਂ ਚੜਾ ਦਿਆਂ ਤੇ ਇਹੀ ਧੂਪ ਤੁਖਾਵਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧੂਪ ਤੁਖਾਵਾਂ ਕਿ ਆਪਣਾ ਮਨ ਹੀ ਚੜਾ ਦਿਆਂ ਤੁਹਾਡੇ ਚਰਨਾਂ 'ਚ, ਤੇ ਮਨ ਨੂੰ ਤੁਹਾਡੇ ਚਰਨਾਂ 'ਚ ਚੜਾਵੇ ਵਜੋਂ ਚੜਾ ਕੇ ਫਿਰ ਇਹ ਧੂਪ ਤੁਹਾਡੇ ਚਰਨਾਂ ਦੀ ਤੁਖਾਵਾਂ, ਤੁਹਾਡੇ ਚਰਨਾਂ ਦੀ ਇਹ ਧੂਪ ਬੱਤੀ ਕਰਾਂ। ਹਾਰ ਭਰਿਓ ਤੁਮਰੇ ਪ੍ਰਭ ਦੁਆਰ। ਇਹ ਪ੍ਰਭੂ ਮੈਂ ਹਾਰ ਕੇ, ਢਹਿ ਕੇ, ਸਭ ਪਾਸਿਓਂ ਹਾਰ ਕੇ ਤੁਹਾਡੇ ਦੁਆਰ ਤੇ ਆ ਪਿਆ ਹਾਂ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਮਹਾਰਾਜ ਮੈਂ ਹੁਣ ਤੁਹਾਡੇ ਦੁਆਰ ਤੇ ਆ ਪਿਆ ਹਾਂ। ਦ੍ਰਿੜ ਕਰ ਗਏ ਤੁਮਾਰੇ ਲੋਕ। ਮਹਾਰਾਜ ਮੈਂ ਦ੍ਰਿੜ ਕਰਕੇ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ। ਲੋਕ ਦਾ ਮਤਲਬ ਹੁੰਦਾ ਹੈ ਡਰ ਕੇ ਜਿਹੜੀ ਥਾਂ ਤੇ ਆਪਾਂ ਲੁਕ ਜਾਈਏ ਨਾ, ਉਹਨੂੰ ਠਾਹਰ ਨੂੰ ਕਹਿੰਦੇ ਆ ਲੋਕ। ਮੰਨ ਲਓ ਵੀ ਕੋਈ ਬੜੀ ਭਿਆਨਕ ਡਰਾਉਣੀ ਚੀਜ਼ ਸਾਡੇ ਪਿੱਛੇ ਪਈ, ਉਹਨੂੰ ਬਚਣ ਲਈ, ਉਹਦੇ ਤੋਂ ਕੋਈ ਬੰਦਾ ਬੜਾ ਡਰਾਉਣਾ, ਉਹਦੇ ਤੋਂ ਬਚਣ ਲਈ ਲੁਕ ਜਾਈਏ ਨਾ ਕਿਸੇ ਥਾਂ ਤੇ ਭੱਜ ਕੇ, ਉਹਨੂੰ ਕਹਿੰਦੇ ਲੂਕ। ਮਹਾਰਾਜ ਮੈਂ ਜਨਮ ਮਰਨ ਤੋਂ ਡਰਿਆ ਹੋਇਆ, ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਡਰਿਆ ਹੋਇਆ, ਭੱਜ ਕੇ ਤੁਹਾਡੇ ਚਰਨਾਂ 'ਚ ਆ ਕੇ ਲੂਕ ਲੁਕ ਗਿਆ। ਇਹ ਮੇਰੀ ਠਾਹਰ ਬਣ ਗਈ ਹੈ। ਤੁਹਾਡੇ ਚਰਨ ਹੀ ਹੁਣ ਮੇਰੇ ਲਈ ਆਸਰਾ ਹਨ। ਕਾਢ ਲਿਹੋ
ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ। ਮਹਾਰਾਜ ਹੁਣ ਤੁਹਾਡੀ ਸ਼ਰਨ ਵਿੱਚ ਹਾਂ, ਪੱਕੇ ਤੌਰ ਤੇ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ ਹੈ, ਮੈਨੂੰ ਕੱਢ ਲਓ, ਮੇਰੀ ਬਾਹ ਫੜੋ ਤੇ ਸੰਸਾਰ ਦੇ ਅੱਗ ਦੇ ਸਮੁੰਦਰ ਦੇ ਇਹ ਅੱਗ ਦਾ ਖੂਹ ਹੈ ਮਹਾਰਾਜ, ਸੰਸਾਰ ਪਾਵਕ ਕੇ ਕੂਪ, ਇਹ ਸੰਸਾਰ ਅੱਗ ਦਾ ਖੂਹ ਹੈ, ਇਹਦੇ 'ਚ ਮੈਂ ਡਿੱਗਿਆ ਸੜੀ ਜਾਨਾ ਮਹਾਰਾਜ, ਭੁੱਜੀ ਜਾਨਾ ਵਿਕਾਰਾਂ ਦੀ ਅੱਗ 'ਚ, ਕਿਰਪਾ ਕਰੋ ਮਹਾਰਾਜ, ਮੇਰੀ ਬਾਹ ਫੜ ਕੇ ਇਸ ਖੂਹ ਵਿੱਚੋਂ ਮੈਨੂੰ ਕੱਢ ਲਵੋ। ਜੈਤ ਸਰੇ ਮਹੱਲਾ ਪੰਜਵਾ। ਕੋਈ ਜਨ ਹਰ ਸਿਉ ਦੇਵੈ ਜੋਰ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ, ਕੋਈ ਜਨ ਆਵੇ ਰੱਬ ਦਾ ਪਿਆਰਾ, ਮੈਨੂੰ ਹਰੀ ਨਾਲ ਜੋੜ ਦੇਵੇ। ਜੁੜਿਆ ਹੋਇਆ ਹੀ ਜੋੜੇਗਾ ਭਾਈ, ਕੋਈ ਹਰੀ ਦਾ ਜਨ, ਕੋਈ ਰੱਬ ਦਾ ਪਿਆਰਾ, ਉਹਦੀ ਬੰਦਗੀ ਦੇ ਰੰਗ ਵਿੱਚ ਰੰਗਿਆ ਹੋਇਆ, ਸੰਸਾਰ ਤੋਂ ਨਿਰਾਲਮ ਮਹਾਂਪੁਰਸ਼, ਉਹ ਮੈਨੂੰ ਉਸ ਹਰੀ ਨਾਲ, ਅਕਾਲ ਪੁਰਖ ਨਾਲ ਜੋੜ ਦੇਵੇ। ਚਾਰਨ ਗਹਾਉ ਬਕਉ ਸੁਭ ਰਸਨਾ, ਦਿਜ ਹੈ ਪ੍ਰਾਨ ਅਕੋਰ। ਮੈਂ ਉਹਦੇ ਚਰਨ ਫੜ ਲਵਾਂ, ਚਰਨ ਤੇ ਚਰਨ ਪਕੜ ਕੇ ਆਪਣੀ ਰਸਨਾ ਤੋਂ ਉਹਦੀ ਉਪਮਾ ਕਰਾਂ, ਬਕੋ ਸ਼ੁਭ ਰਸਨਾ, ਉਹਨਾਂ ਦੀ ਵਡਿਆਈ ਕਰਾਂ, ਉਹਨਾਂ ਦੀ ਸੋਭਾ ਕਰਾਂ ਤੇ ਆਪਣੇ ਪ੍ਰਾਣ ਉਹਨਾਂ ਦੇ ਚਰਨਾਂ 'ਚ ਭੇਟਾ ਵਜੋਂ ਅਰਪਦਿਆਂ। ਦੀਜੈ ਪ੍ਰਾਣ ਅਕੋਰ। ਪ੍ਰਾਣ ਭੇਟ ਕਰਨ ਦਾ ਮਤਲਬ ਕੀ ਹੈ? ਵੀ ਰਹਿੰਦੇ ਸਵਾਸਾਂ ਤੱਕ ਉਹਨਾਂ ਦੀ ਸੇਵਾ ਕਰਦਾ ਰਹਾ। ਏਦਾਂ ਮੈਂ ਆਪਣੇ ਪ੍ਰਾਣ ਵੀ ਉਹਨਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੇ ਚਰਨਾਂ 'ਚ ਭੇਟ ਕਰ ਦਿਆਂ। ਰਹਾਓ ਠਹਿਰਾਓ ਦੇ ਕੇ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਮੈਂ ਆਪਣੇ ਮਨ ਤੇ ਤਨ ਦੋਨਾਂ ਨੂੰ ਨਿਰਮਲ ਕਰ ਲਵਾਂ, ਨਿਰਮਲ ਸ਼ੁੱਧ ਪਵਿੱਤਰ ਕਰਕੇ ਇਹਦਾ ਕਿਆਰਾ ਬਣਾਵਾਂ। ਕਿਆਰੇ ਬਣਾ ਕੇ ਫਿਰ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਅੰਮ੍ਰਿਤ ਦੁਆਰਾ ਇਸ ਨੂੰ ਸਿੰਚਾਂ। ਸੁਦਾ ਨਾਮ ਅੰਮ੍ਰਿਤ ਦਾ ਹੁੰਦਾ ਨਾ, ਵੀ ਨਾਮ ਅੰਮ੍ਰਿਤ ਹੈ, ਨਾਮ ਅੰਮ੍ਰਿਤ ਦੇ ਜਲ ਨਾਲ ਮੈਂ ਆਪਣੇ ਮਨ ਤੇ ਤਨ ਨੂੰ ਕਿਆਰਾ ਬਣਾ ਕੇ ਨਾ ਚੰਗੀ ਤਰ੍ਹਾਂ ਨਿਰਮਲ ਕਰਕੇ, ਕੱਖ ਕੰਡਾ ਕਾਂ ਕਿਆਰੀ ਕੱਢ ਕੇ ਵਿਕਾਰਾਂ ਦੀ ਇਹਨੂੰ ਨਿਰਮਲ ਕਰਕੇ ਫਿਰ ਇਹਨੂੰ ਪਰਮੇਸ਼ਰ ਦੇ ਨਾਮ ਦੇ ਅੰਮ੍ਰਿਤ ਜਲ ਨਾਲ ਸਿੰਚ ਲਵਾਂ। ਇਆ ਰਸ ਮਹਿ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆ ਤੇ ਤੋਰ। ਇਹ ਜਿਹੜਾ ਰਸ ਹੈ, ਇਸ ਰਸ ਵਿੱਚ ਪਰਮੇਸ਼ਰ ਦੀ ਕਿਰਪਾ ਨਾਲ ਹੀ ਮਗਨ ਹੋਇਆ ਜਾਂਦਾ ਹੈ। ਉਹਦੇ ਤਰਸ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਮਗਨ ਹੋਇਆ ਜਾ ਸਕਦਾ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆ ਤੇ ਤੋਰ। ਆ ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਵਿਸ਼ਿਆਂ ਵਿਕਾਰਾਂ ਤੋਂ ਭਾਈ ਆਪਣੀ ਸੁਰਤ ਨੂੰ ਤੋੜ ਲਈਏ, ਆਪਣਾ ਮਨ ਵਿਸ਼ਿਆਂ ਵਿਕਾਰਾਂ ਤੋਂ ਪਰਾਮ ਕਰ ਲਈਏ। ਆਇਓ ਸਰਣ ਦੇਨ ਦੁਖ ਭੰਜਨ, ਚਿਤਵਾਉ ਤੁਮਰੇ ਔਰ। ਇਹ ਦੀਨਾਂ ਦੇ ਦੁੱਖ ਭੰਨਣ ਵਾਲੇ ਸੁਆਮੀ ਜੀ, ਮੈਂ ਤੁਹਾਡੀ ਸ਼ਰਨ ਆਇਆ। ਇਹ ਦੀਨਾਂ ਦੇ ਦਰਦ ਨਿਵਾਰਨ ਵਾਲੇ, ਦੀਨ ਦਰਦ ਨਿਵਾਰ ਸੁਆਮੀ ਜੀ, ਮੈਂ ਤੁਹਾਡੀ ਸ਼ਰਨ ਹਾਂ। ਇਹ ਦੀਨਾਂ ਦੇ ਦੁੱਖ ਭੰਨਣ ਵਾਲੇ ਸੁਆਮੀ, ਮੈਂ ਤੁਹਾਡੀ ਸ਼ਰਨ ਹਾਂ। ਤੇ ਤੁਹਾਡੇ ਵਾਲੀ ਵੇਖਦਾ, ਚਿਤਵੋ ਤੁਮਰੀ ਔਰ। ਮੇਰੀ ਨਿਗਾਹ ਹੋਰ ਨਹੀਂ ਕਿਸੇ ਤੇ ਹੈ। ਜਿਵੇਂ ਕਹਿੰਦੇ ਨਾ, ਆਪਾਂ ਪੁੱਛ ਲੈਨੇ ਆ ਵੀ ਤੇਰੀ ਨਿਗਾਹ ਥੱਲੇ ਕੋਈ ਹੋਰ ਹੈ ਦੂਜਾ? ਉਹ ਕਹਿੰਦਾ ਨਹੀਂ ਮਹਾਰਾਜ, ਮੇਰੀ ਨਿਗਾਹ ਥੱਲੇ ਤਾਂ ਤੁਸੀਂ ਹੋ। ਤੇ ਮਹਾਰਾਜ, ਮੇਰੀ ਨਿਗਾਹ ਤਾਂ ਹੁਣ ਤੁਹਾਡੇ ਤੇ ਹੀ ਆ, ਤੁਹਾਡੇ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ ਜਿਹਦੇ ਤੇ ਨਿਗਾਹ ਕਰਾਂ, ਜਿਹਦੇ ਵੱਲ ਵੇਖਾਂ। ਮਹਾਰਾਜ, ਮੈਂ ਤਾਂ ਤੁਹਾਡੇ ਵੱਲ ਹੀ ਵੇਖਦਾ। ਜਿਵੇਂ ਕੋਈ ਕੂਕਰ ਹੁੰਦਾ ਨਾ, ਉਹ ਮਾਲਕ ਬੈਠਾ ਹੋਵੇ, ਉਹਦੇ ਹੱਥਾਂ ਵੱਲ ਹੀ ਵੇਖੀ ਜਾਂਦਾ ਹੈ, ਉਹਦੇ ਵੱਲ ਇੱਕ ਟਕੀ ਲਾਈ ਰੱਖਦਾ। ਮਹਾਰਾਜ, ਸੁਆਮੀ ਕੋ ਗ੍ਰਹਿ ਜੋ ਸਹਾ ਸੁਹਾਨ ਤਜਤ ਨਹੀਂ ਨਿਤ। ਮੈਂ ਤਾਂ ਏਦਾਂ ਆ ਤੁਹਾਡੇ ਦਰ ਤੇ, ਤੁਹਾਡੇ ਵੱਲ ਹੀ ਵੇਖਦਾ ਮਹਾਰਾਜ। ਤੁਹਾਡੇ ਬਿਨਾਂ ਨਹੀਂ ਮੈਨੂੰ ਕਿਸੇ ਹੋਰ ਨੇ ਆਸਰਾ ਦੇਣਾ।
ਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਮਹਾਰਾਜ ਤੁਹਾਡਾ ਸਿਮਰਨ ਜਿਹੜਾ ਉਹ ਅਭੈ ਪਦਵੀ ਦਾ ਦਾਨ ਦੇਣ ਵਾਲਾ ਹੈ ਔਰ ਬੰਧਨਾਂ ਨੂੰ ਤੋੜਨ ਵਾਲਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜੇ ਭਜਨ ਕਰਦੇ ਨੇ ਨਾ ਉਹਨਾਂ ਦੇ ਬੰਧਨ ਟੁੱਟ ਜਾਂਦੇ ਆ ਜਿਹੜੇ ਸਿਮਰਨ ਕਰਦੇ ਆ। ਸਤਿਗੁਰੂ ਜੀ ਕਿਰਪਾ ਕਰਨ ਸਾਡਾ ਗਾਵਿਆ ਸੁਣਿਆ ਥਾਏ ਪਵੇ। 17 ਤਰੀਕ ਨੂੰ ਦਿਨ ਸ਼ਨੀਵਾਰ ਸਕਰਾਂਦ ਵਾਲੇ ਦਿਨ ਕੱਤਕ ਦੀ ਸਕਰਾਂਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੋ ਇਹ ਲੜੀਵਾਰ ਕਥਾ ਚੱਲ ਰਹੀ ਹੈ ਇਹਦਾ ਮੱਧ ਲੱਗੇਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਥਾ ਦੇ ਇਸ ਮੱਧ ਦੇ ਸਮਾਗਮ ਵਿੱਚ ਆਪ ਸਾਰੀਆਂ ਸੰਗਤਾਂ ਨੇ ਸ਼ਮੂਲੀਅਤ ਕਰਨੀ ਹੈ, ਹਾਜ਼ਰੀਆਂ ਭਰਨੀਆਂ, ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। 11 ਸਾਲ ਦਾ ਇਹ ਲੱਗਾ ਵੱਡਾ ਯੱਗ ਹੈ, ਕੁੰਭ ਹੈ ਔਰ ਇਹ ਕੁੰਭ ਮੱਧ ਭਾਗ ਵਿੱਚ ਪਹੁੰਚਿਆ ਹੈ। ਤੋ ਸਾਰੀਆਂ ਸੰਗਤਾਂ ਨੇ ਇਸ ਯੱਗ ਵਿੱਚ ਕਥਾ ਦੇ ਸਮੱਧ ਦੇ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।